मानसिक रूप से प्रताड़ित किया गया। मैडम वालों ये कह के कि उन्होंने मूँह ते चपेड़ा वजणगियां और चपेड़ा इदां दी वजणगियां कि वो सारी जिंदगी याद रखणगे। और उन्होंने ये भी कहा कि मैं तुहाडा बहुत कुछ बिगाड़ सकती हाँ एज ए डायरैक्टर और तुसी मेरा कुछ नहीं बिगाड़ सकते। ਸਿਹਤ ਵਿਭਾਗ ਦੀ ਡਾਇਰੈਕਟਰ ਮੈਡਮ ਵੱਲੋਂ ਪਿਛਲੇ ਦਿਨੀ ਸਰਕਾਰੀ ਹਸਪਤਾਲ ਮੁਹਾਲੀ ਦੀ ਵਿਜ਼ਿਟ ਦੌਰਾਨ ਉੱਥੇ ਤਾਇਨਾਤ ਨਰਸਿੰਗ ਸਟਾਫ ਨਾਲ ਕੀਤੇ ਕਥਿਤ ਦੁਰਵਿਹਾਰ ਦਾ ਮਾਮਲਾ ਕਾਫੀ ਭਖ ਗਿਆ ਹੈ। ਅੱਜ ਡਿਊਟੀ ਸਮੇਂ ਤੋਂ ਬਾਅਦ ਪੀੜਤ ਨਰਸਿੰਗ ਸਟਾਫ ਨੇ ਰੋਸ ਪ੍ਰਗਟ ਕਰਦਿਆਂ ਇਨਸਾਫ ਦੀ ਗੁਹਾਰ ਲਗਾਈ। ਨਰਸਾਂ ਨੇ ਮੀਡੀਆ ਨੂੰ ਦਸਤਾਵੇਜ਼ੀ ਸਬੂਤ ਦਿੰਦੇ ਹੋਏ ਆਪਣਾ ਕੰਮ ਪੂਰੀ ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਕਰਨ ਦੀ ਗੱਲ ਕਹੀ। ਡਾਇਰੈਕਟਰ ਵੱਲੋਂ ਜਨਤਕ ਤੌਰ ਤੇ ਝਿੜਕਾ ਮਾਰਨ ਅਤੇ ਮੂੰਹ ਤੇ ਥੱਪੜ ਮਾਰਨ ਦੀ ਕੁਰਕੀ ਤੋਂ ਬੇहद ਪਰੇਸ਼ਾਨ ਇੱਕ ਨਰਸ ਵਿਲਕ ਕੇ ਰੋਣ ਲੱਗ ਪਈ। ਉਸ ਦੀਆਂ ਅੱਖਾਂ 'ਚੋਂ ਅਥਰੂ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ। ਉਹਨਾਂ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਤੋਂ ਮੰਗ ਕੀਤੀ ਕਿ ਡਾਇਰੈਕਟਰ ਖਿਲਾਫ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਜਦੋਂ ਤੱਕ ਡਾਇਰੈਕਟਰ ਮੈਡਮ ਮੁਆਫੀ ਨਹੀਂ ਮੰਗ ਲੈਂਦੇ ਉਦੋਂ ਤੱਕ ਰੋਸ ਬਰਕਰਾਰ ਰਹੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਸਮੂਹ ਨਰਸਿੰਗ ਸਟਾਫ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕਰੇਗਾ। ਜੇਕਰ ਲੋੜ ਪਈ ਤਾਂ ਲੜੀਵਾਰ ਧਰਨਾ ਵੀ ਸ਼ੁਰੂ ਕੀਤਾ ਜਾਵੇਗਾ। ਦੇਖੋ ਇੱਕ ਵਿਸ਼ੇਸ਼ ਰਿਪੋਰਟ। ਇਹ ਕੀ ਨਾਮ ਹੈ? मैं सीनियर स्टाफ नर्स मंजू महाजन। ਤੇ ਕੀ ਸਮੱਸਿਆ ਹੈਗੀ ਹੈ ਤੁਹਾਡੀ? समस्या इस तरह है जी 22 तरीक मिति 22/7/2023 ਨੂੰ डॉक्टर आदर्शपाल कौर साडे मानयोग डायरैक्टर साहब इत्थे आए सी और आईसीयू और एमरजेंसी ਦਾ ਉਹਨਾਂ ਨੇ ਦੌਰਾ ਕੀਤਾ। ਉਹ ਉਹਨਾਂ ਦਾ ਹੱਕ ਹੈ ਜੀ, ਉਹ ਕਦੇ ਵੀ ਆ ਸਕਦੇ ਨੇ 24/7, ਉਹਦੇ ਵਿੱਚ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਪਰ ਜਿਹੜੀ ਮੰਦਭਾਗੀ ਘਟਨਾ ਇਹ ਹੋਈ ਹੈ ਕਿ ਕੰਮ ਕਰਦੇ ਵਿਅਕਤੀਆਂ ਨੂੰ ਜਿਹੜਾ ਮਾਨਸਿਕ ਰੂਪ ਵਿੱਚ ਪ੍ਰਤਾੜਿਤ ਕੀਤਾ ਗਿਆ ਮੈਡਮ ਵੱਲੋਂ ਇਹ ਕਹਿ ਕੇ ਕਿ ਉਹਨਾਂ ਦੇ ਮੂੰਹ ਤੇ ਚਪੇੜਾ ਵੱਜਣਗੀਆਂ ਔਰ ਚਪੇੜਾ ਇਦਾਂ ਦੀਆਂ ਵੱਜਣਗੀਆਂ ਕਿ ਉਹ ਸਾਰੀ ਜ਼ਿੰਦਗੀ ਯਾਦ ਰੱਖਣਗੇ। ਉਹਨਾਂ ਦੀ ਟ੍ਰਾਂਸਫਰ ਕਰ ਦਿੱਤੀ ਜਾਏਗੀ और उन्होंने ये भी कहा कि मैं तुहाडा बहुत कुछ बिगाड़ सकती हाँ एज ए डायरैक्टर और तुसी मेरा कुछ नहीं बिगाड़ सकते। ये बहुत ही मंदभागी और बहुत ही माड़ी शब्दावली है, अति माड़ी शब्दावली है कि काम करते बंदियां नूं इस तरह ड्यूटी ते आके अगर बंदा काम कर रहा उहदे दो ही हाथ है। अगर पेशेंट पीजीआई तो रैफर होया सी तो वो ड्यूटी कल्ली स्टाफ नर्स की नहीं सी कि वो पेशेंट किस तरीके नाल जा रहा है। इंटर्नस होंदे हैं, मेडिकल कॉलेज ने टेक ओवर कर लिया हॉस्पिटल नूं, नहीं भी किता बट दे आर स्टिल वर्किंग विद अस। और उत्थे इंटर्नस होंदे हैं, उत्थे जेआरस होंदे हैं, एसआरस होंदे हैं, डॉक्टर्स होंदे हैं, डॉक्टर ऑन ड्यूटी who actually referred the patient to PGI or wherever ਉਹਦੀ ਵੀ ਇਕੁਅਲ ਡਿਊਟੀ ਸੀ ਟੂ ਮੇਕ ਸ਼ੋਰ ਕਿ ਪੇਸ਼ੈਂਟ ਇੱਕ ਬਹੁਤ ਅੱਛੇ ਤਰੀਕੇ ਨਾਲ ਜਾ ਰਿਹਾ ਹੈ। ਕੱਲੀ ਸਟਾਫ ਨਰਸ ਨਹੀਂ ਕਰ ਸਕਦੀ, ਇਟਸ ਅ ਟੀਮ ਵਰਕ। ਨੋਬਡੀ ਕੈਨ ਡੂ all together we are supposed to work, nobody can do anything alone। ਸੋ ਇਹ ਗੱਲ ਹੈ ਕਿ ਜਿਨ੍ਹਾਂ ਨਾਲ ਐਕਚੁਅਲ ਘਟਨਾ ਘਟੀ ਹੈ ਮੈਡਮ ਅਨੀਤਾ ਸੀਗੇ, ਜੂਨੀਅਰ ਸਿਸਟਰ ਵੀਨਾ ਰਾਣੀ ਜੀ ਸੀ, ਇਹਨਾਂ ਦੇ ਨਾਲ ਹੋਈ ਹੈ। ਮਾਨਸਿਕ ਰੂਪ ਵਿੱਚ ਬਹੁਤ ਪ੍ਰਤਾੜਿਤ ਹੈ, ਇਹਨਾਂ ਨੇ ਬਹੁਤ ਕੁਝ ਸਾਨੂੰ ਦੱਸਿਆ। ਅਸੀਂ ਮਾਨਯੋਗ ਸਿਹਤ ਮੰਤਰੀ ਜੀ ਨੂੰ ਵੀ ਇਹ ਗੱਲ ਲਿਖਤੀ ਰੂਪ ਵਿੱਚ ਦਿੱਤੀ ਹੈ। ਉਹਨਾਂ ਨੇ ਸਾਨੂੰ ਐਸ਼ੋਰੈਂਸ ਦਿੱਤੀ ਹੈ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾਏਗਾ। 3 ਦਿਨ ਹੋ ਗਏ ਜੀ, ਅਸੀਂ ਉਹਨਾਂ ਤੋਂ ਹਜੇ ਵੀ ਪੂਰੀ ਉਮੀਦ ਲਗਾ ਕੇ ਬੈਠੇ। ਉਮੀਦ ਅਸੀਂ ਨਹੀਂ ਛੱਡੀ ਹਜੇ ਵੀ, ਲੇਕਿਨ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਮਾਨਸਿਕ ਤਣਾਅ ਦੇ ਵਿੱਚ ਕੰਮ ਕਰ ਰਹੇ ਹਾਂ ਔਰ ਅਸੀਂ ਲਿਖਤੀ ਰੂਪ ਵਿੱਚ ਐਸਐਮਓ ਸਰ, ਸਿਵਲ ਸਰਜਨ ਸਾਹਿਬ ਨੂੰ ਵੀ ਦੇਵਾਂਗੇ ਕਿ ਅਸੀਂ ਕਾਲੇ ਬਿੱਲੇ ਲਗਾਵਾਂਗੇ, ਸ਼ਾਂਤੀ ਨਾਲ ਆਪਣਾ ਰੋਸ ਪ੍ਰਦਰਸ਼ਨ ਕਰਾਂਗੇ ਕਿ ਇਹ ਮਾੜੀਆਂ ਘਟਨਾਵਾਂ ਫਿਊਚਰ ਵਿੱਚ ਨਾ ਹੋਣ। ਕਿਉਂਕਿ ਬੱਚੇ ਨੇ ਨਵੀਆਂ ਇਹਨਾਂ ਦੀਆਂ ਨੌਕਰੀਆਂ ਲੱਗੀਆਂ ਨੇ, ਅਗਰ ਇਹ ਦਿਮਾਗ ਨਾਲ ਹੀ ਥੋੜਾ ਜਿਹਾ ਹਿੱਲ ਜਾਣਗੇ ਇਸ ਤਰੀਕੇ ਦੀ ਸ਼ਬਦਾਵਲੀ ਸੁਣ ਕੇ ਕੰਮ ਕਿਸ ਤਰ੍ਹਾਂ ਕਰਨਗੇ? ਕੰਮ ਨਹੀਂ ਹੋ ਪਾਏਗਾ ਉਸ ਤਰੀਕੇ ਨਾਲ। ਸੋ ਇਹ ਅਗੇਨ ਤੁਹਾਡੇ ਰਾਹੀਂ ਅਸੀਂ ਸਿਹਤ ਮੰਤਰੀ ਜੀ ਨੂੰ ਦੱਸਣਾ ਚਾਹੁੰਦੇ ਹਾਂ। ਪਰ ਉਸ ਦਿਨ ਵੀ ਉਹਨਾਂ ਨੇ ਬੜੇ ਹੌਸਲੇ ਨਾਲ ਸਾਡੀ ਗੱਲ ਸੁਣੀ ਹੈ। ਰਿਪੀਟ ਕਰਨਾ ਚਾਹੁੰਦੇ ਹਾਂ ਕਿ ਪ੍ਰੋਬਲਮਸ ਬਹੁਤ ਨੇ। 1/70 ਦੀ ਰੇਸ਼ੋ ਹੁੰਦੀ ਹੈ ਐਮਰਜੈਂਸੀ ਵਿੱਚ। ਇੱਕ ਪੇਸ਼ੈਂਟ ਨੂੰ ਇੰਜੈਕਸ਼ਨ ਲੱਗ ਰਿਹਾ ਹੁੰਦਾ ਹੈ ਤੇ 15 ਬੰਦੇ ਵੇਟ ਕਰ ਰਹੇ ਹੁੰਦੇ ਆ। ਸਟਾਫ ਇਨਐਡਿਕੁਏਟ ਹੈ, ਹਰ ਵਰਗ ਦੇ ਸਟਾਫ ਦੀ ਕਮੀ ਹੈ। ਲੈਬੋਰਟਰੀ ਦੇ ਸੈਂਪਲਿੰਗ ਤੱਕ ਅਸੀਂ ਕਰਦੇ ਹਾਂ, ਲੇਬਲਿੰਗ ਅਸੀਂ ਕਰਦੇ ਹਾਂ, ਰਜਿਸਟਰ ਦੇ ਵਿੱਚ ਅਸੀਂ ਲਿਖਦੇ ਹਾਂ। ਸਾਡੀ ਡਿਊਟੀ ਖਤਮ ਹੋਣ ਦੇ ਬਾਵਜੂਦ ਸਾਡਾ ਰਿਟਰਨ ਵਰਕ ਨਹੀਂ ਖਤਮ ਹੁੰਦਾ, ਓਵਰਲੋਡਡ ਹੈ ਅਸੀਂ। ਤੇ ਜੇ ਸਾਨੂੰ ਕੋਈ ਸਮਝ ਨਹੀਂ ਸਕਦਾ ਤਾਂ ਕਿਰਪਾ ਕਰਕੇ ਸਾਡੀ ਬੇਇੱਜ਼ਤੀ ਨਾ ਕਰੋ। ਬੇਇੱਜ਼ਤੀ ਕਰੋਗੇ ਤਾਂ ਅਸੀਂ ਕੰਮ ਕਿਸ ਤਰ੍ਹਾਂ ਕਰਾਂਗੇ? ਤੇ ਇਹਨਾਂ ਦੀ ਵੀ ਪਲੀਜ਼ ਇਹਨਾਂ ਦੀ ਗੱਲ ਸੁਣੀ ਜਾਏ। ਬਿਲਕੁਲ। ਕੀ ਨਾਂ ਤੁਹਾਡਾ? ਮੇਰਾ ਨਾਮ ਬੀਨਾ ਹੈ।
ਤੇ ਕੀ ਸਮੱਸਿਆ ਜਿਹੜੀ ਹੈਗੀ ਆ ਹੋਈ ਸੀ ਹਾਲਾਤ ਇਦਾਂ ਦੇ? ਸਰ ਉਸ ਟਾਈਮ ਮਤਲਬ ਮੈਮ ਡਾਊਨ ਤੇ ਆਈ ਸੀ। ਉਸ ਟਾਈਮ ਮੈਂ ਆਪਣਾ ਕੰਮ ਕਰ ਰਹੀ ਸੀ, ਮੈਂ ਪੇਸ਼ੈਂਟ ਨੂੰ ਇੰਜੈਕਸ਼ਨ ਲਗਾ ਰਹੀ ਸੀ ਤੇ ਸਰ ਨਾਲ ਡਾਕਟਰਸ ਆਏ ਹੋਏ ਸੀ, ਉਹਨਾਂ ਨਾਲ ਰਾਉਂਡ ਕਰਾ ਰਹੀ ਸੀ। ਇੰਨੇ ਨੂੰ ਮੈਡਮ ਆਏ, ਉਹਨਾਂ ਨੇ ਮੈਨੂੰ ਬੁਲਾਇਆ, ਪੁੱਛਿਆ ਵੀ ਇਸ ਪੇਸ਼ੈਂਟ ਨੇ ਮਤਲਬ ਕਿਉਂ ਆਹ ਰੈਫਰ ਹੋਇਆ। ਮੈਂ ਉਹਨਾਂ ਨੂੰ ਪੂਰਾ ਦੱਸਿਆ ਵੀ ਹਾਂ ਇਹ ਪੇਸ਼ੈਂਟ ਡੇਂਗੂ ਦਾ ਮਰੀਜ਼ ਸੀਗਾ ਤੇ ਇਹਦਾ ਵੈਸੇ ਤਾਂ ਟ੍ਰੀਟਮੈਂਟ ਚੱਲ ਰਿਹਾ ਹੈਗਾ, ਇਹ ਪੂਰਾ ਇੰਪਰੂਵ ਹੋ ਰਿਹਾ, ਪਰ ਇਹਦੇ ਜਿਹੜੇ ਹੈਗੇ ਆ ਮਤਲਬ ਕਿ ਕੁਝ ਕੰਪਲਿਕੇਸ਼ਨ ਆ ਰਹੀਆਂ ਹੈਗੀਆਂ, ਜਿਵੇਂ ਬੈਂਡੇਜ ਵਗੈਰਾ ਉਹ ਬਣ ਰਿਹਾ, ਇਸ ਕਰਕੇ ਸਾਨੂੰ ਰੈਫਰ ਕਰਨਾ ਪਿਆ। ਉਹ ਡਾਕਟਰ ਨੇ ਰੈਫਰ ਕੀਤਾ ਹੈ। ਓਕੇ। ਉਹਨਾਂ ਨੇ ਕਿਹਾ ਠੀਕ ਹੈ ਪੇਸ਼ੈਂਟ ਦਾ ਰੈਫਰ ਹੋਇਆ ਹੈ, ਪਰ ਉਹ ਪੈਦਲ ਜਾ ਰਿਹਾ ਹੈ। ਮੈਂ ਪੈਦਲ ਜਾ ਰਿਹਾ ਹੈ, ਹੱਥ 'ਚ ਬੋਤਲ ਫੜ ਕੇ। ਮੈਂ ਕਿਹਾ ਮੈਮ ਹਜੇ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਭੇਜਿਆ ਨਹੀਂ। ਉਹ ਮੈਨੂੰ ਕਹਿ ਰਹੇ ਨੇ ਵੀ ਤੂੰ ਮੇਰੇ ਸਾਹਮਣੇ ਸਮਾਰਟ ਬਣ ਰਹੀ ਆ, ਤੂੰ ਸਮਾਰਟ ਬਣ ਰਹੀ, ਤੂੰ ਓਵਰ ਰਿਐਕਟ ਕਰ ਰਹੀ ਆ, ਤੂੰ ਇਦਾਂ ਮੈਂ ਤੇਰੇ ਥੱਪੜ ਮਾਰੂੰਗੀ, ਚਾਰੇ ਉਂਗਲਾਂ ਤੇਰੇ ਮੂੰਹ ਤੇ ਛੱਪ ਜਾਣਗੀਆਂ। ਤੇ ਪਬਲਿਕਲੀ ਗੱਲ ਕਹੀ ਗਈ ਹੈ, ਮਰੀਜ਼ਾਂ ਦੇ ਰਿਸ਼ਤੇਦਾਰਾਂ ਦੇ ਸਾਹਮਣੇ ਬੁਲਾ ਐਵਰੀਬਾਡੀ ਸਪੋਰਟ ਸਾਰੇ ਦੇ ਸਾਹਮਣੇ ਬੁਲਾ ਕੇ ਮੈਨੂੰ ਕਿਹਾ ਗਿਆ ਮੈਂ ਤੇਰੇ ਥੱਪੜ ਮਾਰੂੰਗੀ ਤੇ ਚਾਰੇ ਉਂਗਲਾਂ ਤੇਰੇ ਮੂੰਹ ਤੇ ਥੱਪ ਜਾਣਗੀਆਂ ਤੇ ਇਹਨੂੰ ਸਸਪੈਂਡ ਕਰੋ। ਸਰ ਮੈਂ ਆਪਣਾ ਕੰਮ ਕਰ ਰਹੀ ਸੀ, ਉਸ ਟਾਈਮ 19 ਪੇਸ਼ੈਂਟ ਸੀਗੇ, ਅਸੀਂ 2 ਸਟਾਫ ਸੀ, ਅਸੀਂ ਦੋਨੋਂ ਸਟਾਫ ਕਰ ਰਹੇ ਹਾਂ। ਸਰ ਡਾਕਟਰ ਸਾਹਿਬ ਵੀ ਰਾਉਂਡ ਤੇ ਨੇ, ਉਹਨਾਂ ਦਾ ਵੀ ਕੰਮ ਕਰ ਰਹੇ ਹਾਂ, ਆਪਣੇ ਮੈਡੀਸਨ ਵੀ ਕਰ ਰਹੇ ਹਾਂ, ਰਿਟਰਨ ਕੰਮ ਵੀ ਕਰ ਰਹੇ ਹਾਂ, ਸਾਰਾ ਕੰਮ ਵੀ ਦੇਖ ਰਹੇ ਹੈਗੇ ਆ। ਉਹਦੇ ਬਾਵਜੂਦ ਵੀ ਸਾਨੂੰ ਇਦਾਂ ਦੀ ਲੈਂਗੁਏਜ ਯੂਜ਼ ਕੀਤੀ ਜਾਂਦੀ ਹੈਗੀ ਆ। ਚਲੋ ਠੀਕ ਆ, ਉਹ ਕਹਿ ਰਹੇ ਆ ਵੀ ਸਾਡੇ ਨਾਲ, ਪਰ ਉਹਨਾਂ ਦੀ ਪ੍ਰੋਫੈਸ਼ਨਲ ਲੈਂਗੁਏਜ ਤਾਂ ਹੋਵੇ ਨਾ, ਉਹ ਢੰਗ ਨਾਲ ਤਾਂ ਬੋਲਣਾ, ਢੰਗ ਨਾਲ ਤਰੀਕੇ ਨਾਲ ਕਿਹਾ ਜਾ ਸਕਦਾ। ਗਲਤੀ ਹੈਗੀ ਆ, ਅਸੀਂ ਜਿੱਥੇ ਗਲਤੀ ਹੈਗੀ ਅਸੀਂ ਮੰਨਾਂਗੇ, ਬਟ ਇਦਾਂ ਤਾਂ ਨਹੀਂ ਨਾ ਉਹ ਸਾਡੀ ਰਿਸਪੈਕਟ ਵੀ ਨਾ ਕਰ, ਸੈਲਫ ਰਿਸਪੈਕਟ ਮਤਲਬ ਉਸ ਟਾਈਮ ਮਤਲਬ ਕਿ ਜੋ ਮਰਜੀ ਇੱਕ ਸਟਾਫ ਦੇ ਅਹੁਦੇ ਤੇ ਥੱਪੜ ਮਾਰਨ ਦੀ ਗੱਲ ਕੀਤੀ ਗਈ। ਥੱਪੜ ਮਾਰਨ ਦੀ ਗੱਲ ਕੀਤੀ ਗਈ ਮਤਲਬ ਕਿ ਉਹਨਾਂ ਨੇ ਸਾਡੇ ਸਟਾਫ ਦੇ ਥੱਪੜ ਮਾਰਿਆ ਆ। ਥੱਪੜ ਮਾਰਿਆ। ਕੀ ਡਿਮਾਂਡ ਕਰਦੇ ਹੋ? ਸਰ ਉਹਨਾਂ ਨੂੰ ਇੱਕ ਤਾਂ ਉਹ ਸਟਾਫ ਦੀ ਰਿਸਪੈਕਟ ਕਰਨ ਤੇ ਜਿਹੜੀ ਬਣਦੀ ਕਾਰਵਾਈ ਹੈ ਉਹਨਾਂ ਤੇ ਕੀਤੀ ਜਾਵੇ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਅਨੀਤਾ ਸ਼ਰਮਾ। ਕੀ ਹੋਇਆ ਸੀ ਜਦੋਂ ਡਾਇਰੈਕਟਰ ਸਾਹਿਬ ਆਏ ਸੀਗੇ? ਜਦੋਂ ਡਾਇਰੈਕਟਰ ਸਾਹਿਬ ਆਏ ਸੀ, ਅਸੀਂ ਆਪਣਾ ਕੰਮ ਕਰ ਰਹੇ ਸੀਗੇ, ਉਦੋਂ ਮੈਡਮ ਜਦੋਂ ਅੰਦਰ ਆਏ ਹੈ ਤੇ ਮੈਡਮ ਨੇ ਪਹਿਲਾਂ ਸਾਨੂੰ ਬਾਹਰ ਬੁਲਾਇਆ। ਇੱਕ ਪੇਸ਼ੈਂਟ ਰੈਫਰ ਹੋ ਰਿਹਾ ਸੀ, ਮੈਡਮ ਨੇ ਉਹ ਪੇਸ਼ੈਂਟ ਲਈ ਸਾਨੂੰ ਬਹੁਤ ਬੋਲਿਆ। ਉਹ ਕਹਿੰਦੇ ਕਿ ਉਹ ਪੇਸ਼ੈਂਟ ਪੈਦਲ ਕਿਵੇਂ ਤੁਰਿਆ ਜਾ ਰਿਹਾ। ਮੈਮ ਬੜੇ ਰੂਡ ਲੈਂਗੁਏਜ 'ਚ ਬੋਲੇ ਸਾਨੂੰ ਤੇ ਅਸੀਂ ਠੀਕ ਹੈ ਆਪਣੀ ਗਲਤੀ ਮੰਨਦੇ ਹੈ, ਬਟ ਸਾਡੇ ਕੋਲ ਸਿਕਿਉਰਿਟੀ ਗਾਰਡ ਨਹੀਂ ਸੀਗਾ। ਜੇ ਸਾਡੇ ਕੋਲ ਸਿਕਿਉਰਿਟੀ ਗਾਰਡ ਹੁੰਦਾ ਤੇ ਸ਼ਾਇਦ ਸਾਡਾ ਉਹ ਪੇਸ਼ੈਂਟ ਇੱਦਾਂ ਨਾ ਜਾਂਦਾ। ਤੇ ਸਾਡੇ ਕੋਲ ਮੈਨ ਪਾਵਰ ਵੀ ਨਹੀਂ ਹੈ, ਕਿਉਂਕਿ ਸਾਡੇ ਕੋਲ ਕਲਾਸ 4 ਵੀ ਇੱਕੋ ਹੀ ਹੁੰਦਾ ਆ, ਮਾਰਨਿੰਗ ਟਾਈਮ 'ਚ ਉਹ ਵੀ ਬਥੇਰੇ ਕੰਮ ਹੁੰਦੇ ਆ। ਇਸ ਕਰਕੇ ਉਹਨਾਂ ਨੇ ਫਿਰ ਸਾਨੂੰ ਕਿਹਾ ਗਿਆ ਕਿ ਤੁਸੀਂ ਉਹ ਪੇਸ਼ੈਂਟ ਪੈਦਲ ਕਿਵੇਂ ਭੇਜਦਾ, ਤੇ ਅਸੀਂ ਉਹਨਾਂ ਨੂੰ ਇਹੀ ਕਿਹਾ ਕਿ ਸਾਨੂੰ ਨਹੀਂ ਪਤਾ, ਪੇਸ਼ੈਂਟ ਆਪਣੇ ਆਪ ਹੀ ਆਪਣੀ ਰੈਫਰਲ ਸਲਿੱਪ ਲੈ ਕੇ ਚਲਾ ਗਿਆ ਤੇ ਸਾਨੂੰ ਨਹੀਂ ਸੀ ਦੱਸਿਆ। ਤੇ ਉਸ ਤੋਂ ਬਾਅਦ ਸਾਨੂੰ ਅੰਦਰ ਆ ਕੇ ਮੈਡਮ ਨੇ ਬੜੀ ਰੂਡ ਲੈਂਗੁਏਜ ਦੇ ਵਿੱਚ ਕਿਹਾ ਕਿ ਤੁਹਾਡਾ ਕੰਮ ਕੀ ਹੈਗਾ ਹੈ, ਤੁਸੀਂ ਇੱਥੇ ਕੀ ਕਰਦੇ ਹੋ, ਤੁਸੀਂ ਖਾ ਖਾ ਕੇ ਮੋਟੀਆਂ ਹੋ ਰਹੀਆਂ ਹੋ, ਤੁਸੀਂ ਸੈਲਰੀ ਇੰਨੀਆਂ ਲੈਂਦੇ ਹੋ ਤੇ ਜੇ ਮੈਂ 10,000 ਦੀ ਸੈਲਰੀ 'ਚੋਂ ਇੱਕ ਬੰਦਾ ਲੈ ਕੇ ਆਵਾਂ ਤੇ ਉਹ ਤੁਹਾਡੇ ਨਾਲੋਂ ਵੱਧ ਕੰਮ ਕਰੇਗਾ। ਉਹਨਾਂ ਨੇ ਸਾਨੂੰ ਇੱਥੇ ਮੈਡਮ ਜਿਹੜੇ ਨੇ ਉਹ ਕਿਸੇ ਕੰਪਲੇਂਟ ਤੇ ਆਏ ਸੀ ਜਾਂ ਰੂਟੀਨ 'ਚ ਚੈਕਿੰਗ ਤੇ ਆਏ ਸੀ ਜਾਂ ਕਿਵੇਂ? ਚੈਕਿੰਗ ਤੇ ਹੀ ਆਏ ਸੀ ਤੇ ਉਹਦੇ ਨਾਲ ਸਾਰੇ ਹੀ ਸੀਗੇ, ਸਾਡੇ ਐਡਮਿਨਿਸਟ੍ਰੇਟਰ ਮੈਡਮ ਵੀ ਸੀਗੇ ਨਾਲ, ਜਿਹੜੇ ਕਿ ਕੁਝ ਉਹਨਾਂ ਦੀ ਵੀ ਰਿਸਪੌਂਸਿਬਿਲਿਟੀਜ਼ ਬਣਦੀਆਂ, ਜਿਹੜੀ ਮੈਨ ਪਾਵਰ ਘਟਦੀ ਹੈ ਉਹ ਉਹਨਾਂ ਦਾ ਵੀ ਦੇਖਣਾ ਬਣਦਾ ਹੈਗਾ। ਇਹਦੇ ਵਿੱਚ ਸਾਰਾ ਸਟਾਫ ਵੀ ਰਿਸਪੌਂਸਿਬਲ ਨਹੀਂ, ਉਹਨਾਂ ਨੂੰ ਤਾਂ ਬਾਅਦ ਚ ਕਰ ਲਓ, ਸਾਰਾ ਕੁਝ ਇੱਕ ਸਟਾਫ ਨੇ ਹੀ ਕਰਨਾ ਹੈ। ਤੇ ਉਸ ਤੋਂ ਬਾਅਦ ਉਹਨਾਂ ਨੇ ਅੰਦਰ ਆ ਕੇ ਇੱਕ ਪੇਸ਼ੈਂਟ ਤੋਂ ਪੁੱਛਿਆ ਕਿ ਤੁਹਾਨੂੰ ਦਵਾਈਆਂ ਦਿੱਤੀਆਂ ਗਈਆਂ ਕਿ ਨਹੀਂ ਦਿੱਤੀਆਂ ਗਈਆਂ। ਉਦੋਂ ਉਹਨਾਂ ਨੇ ਮੈਨੂੰ ਬੁਲਾਇਆ ਤੇ ਉਹ ਕਹਿੰਦੇ ਕਿ ਤੁਸੀਂ ਇਹਨਾਂ ਨੂੰ ਦਵਾਈਆਂ ਕਿਉਂ ਨਹੀਂ ਪ੍ਰੋਵਾਈਡ ਕਰਵਾਈਆਂ। ਅਸੀਂ ਉਹਨਾਂ ਨੂੰ ਇਹੀ ਕਿਹਾ ਕਿ ਅਸੀਂ ਇਹਨਾਂ ਨੂੰ ਦਵਾਈਆਂ ਪ੍ਰੋਵਾਈਡ ਕੀਤੀਆਂ ਹੈਗੀਆਂ, ਬਟ ਉਹ ਪੇਸ਼ੈਂਟ ਹੀ ਸਾਫ਼ ਮੁੱਕਰ ਗਿਆ। ਬਟ ਅਸੀਂ ਉਹਦੀ ਸਟੇਟਮੈਂਟ ਲਈ ਹੈ, ਸਾਡੇ ਕੋਲ ਉਹਦਾ ਪ੍ਰੂਫ ਹੈਗਾ ਆ ਕਿ ਉਹਨੂੰ ਦਵਾਈਆਂ ਮਿਲੀਆਂ, ਉਹਨੂੰ ਬੀਟੀ ਲੱਗਿਆ ਹੈ, ਸਾਰਾ ਟ੍ਰੀਟਮੈਂਟ ਉਹਨੂੰ ਐਜ਼ ਐਡਵਾਈਸ ਬਾਈ ਡਾਕਟਰ ਦਿੱਤਾ ਗਿਆ ਹੈ। ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਪੇਸ਼ੈਂਟ ਨਰਸਿੰਗ ਕੇਅਰ ਵਾਲਾ ਪੇਸ਼ੈਂਟ ਸੀਗਾ, ਉਹਦੇ ਕੋਲ ਜਾ ਕੇ ਉਹਨਾਂ ਨੇ ਇਹ ਕਿਹਾ ਕਿ ਉਹਦੀ ਰਾਈਲਸ ਟਿਊਬ ਜਿਹੜੀ ਕਿ ਫੀਡ ਦੇਣ ਲਈ ਯੂਜ਼ ਹੁੰਦੀ ਹੈ ਉਹ ਕਿਉਂ ਨਹੀਂ ਕਲੀਨ ਹੈਗੀ ਹੈ। ਉਹ ਅਸੀਂ ਇਸ ਕਰਕੇ ਨਹੀਂ, ਉਹਨਾਂ ਨੇ ਹਲੇ ਫੀਡ ਦਿੱਤੀ ਹੀ ਸੀਗੀ, ਅਸੀਂ ਪੇਸ਼ੈਂਟ ਦੇ ਅਟੈਂਡੈਂਟ ਨੂੰ ਪਾਣੀ ਲੈਣ ਭੇਜਿਆ ਸੀਗਾ ਕਿਉਂਕਿ ਜਿਹੜਾ ਡਾਇਰੀਆ ਚੱਲ ਰਿਹਾ ਹੈਗਾ ਉਹਦੇ ਕਰਕੇ ਸਾਡੇ ਵਾਟਰ ਕੂਲਰਸ ਦੀ ਕਲੀਨਿੰਗ ਹਲੇ ਪ੍ਰੋਪਰ ਨਹੀਂ ਹੈਗੀ ਤੇ ਉਹ ਪਾਣੀ ਹੀ ਲੈਣ ਗਿਆ ਸੀਗਾ। ਤੇ ਇੰਨੀ ਦੇਰ ਨੂੰ ਮੈਮ ਆ ਗਏ ਤੇ ਮੈਮ ਨੇ ਉਸ ਟਾਈਮ ਵੀ ਸਾਨੂੰ ਬਹੁਤ ਸ਼ਾਊਟ ਕਰਕੇ ਕਿਹਾ। ਤੇ ਉਦੋਂ ਜਦੋਂ ਫਿਰ ਉਹਨਾਂ ਨੇ ਬੈੱਡ ਦੇਖੇ ਤੇ ਬੈੱਡ ਦੇਖ ਕੇ ਕਹਿੰਦੇ ਕਿ ਤੁਹਾਡਾ ਕੰਮ ਕੀ ਹੈ, ਤੁਸੀਂ ਬੈੱਡ ਨਹੀਂ ਕਲੀਨ ਕਰਵਾਏ। ਉਹ ਸਾਡਾ ਕੰਮ ਨਹੀਂ ਹੈਗਾ, ਉਹ ਹਾਊਸਕੀਪਿੰਗ ਵਾਲਿਆਂ ਦਾ ਕੰਮ ਹੈ, ਉਹਨਾਂ ਦੀ ਸੁਪਰਵਿਜ਼ਨ 'ਚ ਇਹ ਕੰਮ ਹੋਣਾ ਚਾਹੀਦਾ, ਜਦਕਿ ਉਹ ਇਹ ਕੰਮ ਵੀ ਨਹੀਂ ਉਹਨਾਂ ਦਾ ਸੀਗਾ ਪੂਰਾ। ਇਸ ਕਰਕੇ ਸਾਨੂੰ ਇਸ ਚੀਜ਼ ਦਾ ਬਹੁਤ ਉਹ ਹੈ ਕਿ ਮੈਮ ਬਹੁਤ ਰੂਡਲੀ ਸਾਨੂੰ ਬੋਲੇ ਤੇ ਉਹਨਾਂ ਦਾ ਬੋਲਣ ਦਾ ਤਰੀਕਾ ਸਾਨੂੰ ਬਿਲਕੁਲ ਨਹੀਂ ਪਸੰਦ ਆਇਆ। ਹਾਂਜੀ ਭਾਜੀ, ਕੀ ਨਾਂ ਤੁਹਾਡਾ?
ਹਾਂਜੀ ਮੇਰਾ ਨਾਮ ਕਮਲਪ੍ਰੀਤ। ਤੇ ਕੀ ਹੋਇਆ ਜਿਹੜਾ ਉਸ ਦਿਨ ਵਾਕਿਆ ਹੋਇਆ ਡਾਇਰੈਕਟਰ ਦੇ ਮੈਡਮ ਦੇ ਨਾਲ? ਉਸ ਦਿਨ ਡਾਇਰੈਕਟਰ ਮੈਮ ਦਾ ਰਾਊਂਡ ਹੋਇਆ ਸੀਗਾ, ਜਿਸ ਦੇ ਦੌਰਾਨ ਉਹਨਾਂ ਨੇ ਰਾਊਂਡ ਦੇ ਵਿੱਚ ਕੁਝ ਚੀਜ਼ਾਂ ਨੋਟਿਸ ਕੀਤੀਆਂ, ਜਿਵੇਂ ਕਿ ਹੁਣੇ ਤੁਹਾਨੂੰ ਸਿਸਟਰ ਅਨੀਤਾ ਔਰ ਸਿਸਟਰ ਬੀਨਾ ਨੇ ਦੱਸਿਆ ਹੈ, ਜਿਸ ਦੇ ਵਿੱਚ ਇੱਕ ਰੈਫਰਲ ਪੇਸ਼ੈਂਟ ਜਿਹੜਾ ਹੈ ਉਹ ਆਈਡੈਂਟੀਫਾਈ ਕੀਤਾ ਗਿਆ ਕਿ ਉਹ ਰੈਂਪ ਦੇ ਉੱਤੇ ਇਸ ਤਰ੍ਹਾਂ ਚੱਲ ਰਿਹਾ ਸੀਗਾ। ਤੇ ਜਦੋਂ ਉਸ ਦੀ ਕੁਐਰੀ ਕੀਤੀ ਗਈ, ਉਸ ਤੋਂ ਬਾਅਦ ਮੈਮ ਜਿਹੜੀ ਹੈ ਉਹਨਾਂ ਨੇ ਗੁੱਸੇ ਦੇ ਵਿੱਚ ਜੋ ਮਾੜੀ ਸ਼ਬਦਾਵਲੀ ਹੈ ਉਸ ਦੀ ਵਰਤੋਂ ਕੀਤੀ ਗਈ। ਸਿਸਟਰ ਬੀਨਾ ਦੇ ਲਈ ਉਹਨਾਂ ਨੇ ਕਾਫੀ ਗੁੱਸੇ ਦੇ ਵਿੱਚ ਇਹ ਕਿਹਾ ਕਿ ਤੁਹਾਡੇ ਮੂੰਹ ਦੇ ਉੱਤੇ ਥੱਪੜ ਮਾਰਿਆ ਜਾਏਗਾ ਤਾਂ ਕਿ ਉਂਗਲਾਂ ਵੀ ਛਪ ਜਾਣ, ਤਾਂ ਕਿ ਤੁਸੀਂ ਅੱਗੇ ਤੋਂ ਇਸ ਤਰ੍ਹਾਂ ਦੀ ਗਲਤੀ ਨਾ ਕਰੋ। ਤੇ ਇਹ ਪਹਿਲੀ ਵਾਰੀ ਹੋਇਆ ਇਦਾਂ ਦਾ ਹੋਇਆ ਕਿ ਇਸ ਤੋਂ ਪਹਿਲਾਂ ਵੀ ਇਦਾਂ ਦੀਆਂ ਜਿਹੜੀਆਂ ਹੈਗੀਆਂ ਨੇ ਘਟਨਾਵਾਂ ਵਾਪਰੀਆਂ ਨੇ ਸਟਾਫ ਦੇ ਨਾਲ? ਨਹੀਂ ਦੇਖੋ, ਅੱਜ ਤੱਕ ਮੈਂ ਕਦੇ ਵਿਟਨੈਸ ਨਹੀਂ ਕੀਤੀ ਇਸ ਤਰ੍ਹਾਂ ਦੀ ਕੋਈ ਵੀ ਘਟਨਾ। ਇਹ ਮੇਰੇ ਪ੍ਰੋਫੈਸ਼ਨਲ ਜਰਨੀ ਦੇ ਵਿੱਚ ਇੱਕ ਫਸਟ ਵਿਟਨੈਸ ਸੀ ਜੋ ਮੈਂ ਦੇਖੀ ਇਸ ਤਰ੍ਹਾਂ। ਕਿਵੇਂ ਦੇਖਦੇ ਹੋ ਤੁਸੀਂ, ਜਿਹੜੇ ਅਸੀਂ ਸਟਾਫ ਤੋਂ ਕੰਮ ਲੈਂਦੇ ਆ ਇੰਨੀ ਸ਼ਿੱਦਤ ਦੇ ਨਾਲ, ਸੇਵਾ ਭਾਵਨਾ ਨਾਲ ਨਰਸਾਂ ਕੰਮ ਕਰਦੀਆਂ ਨੇ, ਜਦੋਂ ਕੋਈ ਜਿਹੜਾ ਉੱਚ ਅਧਿਕਾਰੀ ਆ ਜਾਂ ਕੋਈ ਮੰਤਰੀ ਵੀ ਕੋਈ ਇਦਾਂ ਦਾ ਕੋਈ ਹੋਵੇ ਆਵੇ ਤੇ ਉਹ ਪਬਲਿਕਲੀ ਜਲੀਲ ਕਰੇ, ਕਿਵੇਂ ਦਾ ਤੁਸੀਂ ਦੇਖਦੇ ਹੋ ਇਸ ਨੂੰ? ਦੇਖੋ, ਜਲਾਲਤ ਜਿਹੜੀ ਹੈ ਆਫ ਕੋਰਸ ਕਿਸੇ ਦੀ ਵੀ ਹੋਏ, ਦੇਖੋ ਕੋਈ ਵੀ ਐਕਸੈਪਟ ਨਹੀਂ ਕਰੇਗਾ। ਬੀਇੰਗ ਪ੍ਰੋਫੈਸ਼ਨਲ ਅਸੀਂ ਸਿਰਫ ਇਹੀ ਐਕਸਪੈਕਟ ਕਰਦੇ ਆ ਕਿ ਦੇਖੋ ਜੇ ਸਟਾਫ ਦੀ ਕੋਈ ਗਲਤੀ ਹੈ, ਜੇ ਊਣ ਪਾਈਆਂ ਹੈ, ਦੇਖੋ ਅਸੀਂ ਭੱਜਦੇ ਨਹੀਂ ਹਾਂ। ਜੇ ਸਾਡੇ ਵਿੱਚ ਕੋਈ ਕਮੀਆਂ ਹੈ, ਅਸੀਂ ਉੱਚ ਅਧਿਕਾਰੀਆਂ ਨੂੰ ਜ਼ਰੂਰ ਇਹ ਅਲਾਉ ਕਰਦੇ ਆ ਕਿ ਉਹ ਸਾਨੂੰ ਸਾਡੀਆਂ ਊਣ ਪਾਈਆਂ ਦੱਸਣ ਔਰ ਅਸੀਂ ਉਸ ਤੇ ਵਰਕ ਕਰੀਏ ਔਰ ਅਸੀਂ ਇੰਪਰੂਵ ਕਰੀਏ। ਤੇ ਜੇ ਅਸੀਂ ਇੰਪਰੂਵ ਨਹੀਂ ਕਰਦੇ then they can do whatever they want, ਪਰ ਇਸ ਤਰ੍ਹਾਂ ਦੇ ਵਰਡਸ ਯੂਜ਼ ਕਰਨਾ ਮਤਲਬ ਇਟਸ ਰੀਅਲੀ ਹਰਟਿੰਗ। ਮਤਲਬ ਇਹ ਕਿਤੇ ਨਾ ਕਿਤੇ ਇੱਕ ਮੈਂਟਲ ਅਪਸੈਟਿਜ਼ਮ ਕਾਜ਼ ਕਰ ਰਿਹਾ ਹੈ। ਸਾਰਾ ਸਟਾਫ ਜਿਹੜਾ ਹੈ ਮੈਂਟਲੀ ਬਹੁਤ ਜ਼ਿਆਦਾ ਉਸ ਦਿਨ ਹਰਾਸ ਹੋਏ, ਫੀਲ ਹੋਇਆ ਉਹਨਾਂ ਨੂੰ ਬਹੁਤ ਜ਼ਿਆਦਾ, ਉਹ ਰੋਏ ਵੀ। ਦੇਖੋ ਨਰਸ ਪੇਸ਼ੈਂਟ ਰੇਸ਼ੋ ਜਿਹੜੀ ਹੈ ਉਹ ਮੇਨਟੇਨ ਨਾ ਹੋਣ ਦੀ ਵਜ੍ਹਾ ਨਾਲ ਇਹ ਸਾਰੀ ਮੰਦਭਾਗੀ ਘਟਨਾ ਜਿਹੜੀ ਹੈ ਉਹ ਵਾਪਰੀ। ਕੀ ਡਿਮਾਂਡ ਕਰਦੇ ਹੋ ਸਰਕਾਰ ਤੋਂ, ਪ੍ਰਸ਼ਾਸਨ ਤੋਂ, ਮੰਤਰੀ ਤੋਂ ਆਪਣੇ? ਅਸੀਂ ਸਭ ਤੋਂ ਪਹਿਲਾਂ ਤਾਂ ਇੱਕ ਚੀਜ਼ ਚਾਹਾਂਗੇ, ਜੇ ਅਸੀਂ ਇਸ ਤਰ੍ਹਾਂ ਮਰੀਜ਼ਾਂ ਦੀ ਸੇਵਾ ਕਰਦੇ ਹਾਂ ਤਾਂ ਪਲੀਜ਼ ਸਾਨੂੰ ਐਕਨੋਲੇਜ ਕਰੋ, ਕਿਉਂਕਿ ਤੁਹਾਨੂੰ ਸਭ ਨੂੰ ਹਲੇ ਨਹੀਂ ਪਤਾ ਹੈ ਕਿ ਅਸੀਂ ਸਟਾਫ ਨਰਸਿਸ, ਸਾਡਾ ਪਹਿਲੀ ਗੱਲ ਅਸੀਂ ਜਿਸ ਪੇ ਕਮਿਸ਼ਨ ਤੇ ਇਸ ਵੇਲੇ ਕੰਮ ਕਰ ਰਹੇ ਹਾਂ, ਅਸੀਂ ਬਹੁਤ ਹੀ ਘੱਟ ਤਨਖਾਹ ਦੇ ਉੱਤੇ ਕੰਮ ਕਰ ਰਹੇ ਹਾਂ। ਜੇ ਤੁਸੀਂ ਇੱਕ ਵਾਰਡ ਦਾ ਇੱਥੇ ਦੌਰਾ ਕਰੋ, ਤੁਹਾਨੂੰ ਆਪਣੇ ਆਪ ਹੀ ਸਰ ਪਤਾ ਲੱਗ ਜਾਏਗਾ ਕਿ ਇੱਥੇ ਕਿੰਨੀ ਨਰਸ ਪੇਸ਼ੈਂਟ ਰੇਸ਼ੋ ਦੇ ਵਿੱਚ ਕਿੰਨਾ ਵੱਡਾ ਡਿਫਰੈਂਸ ਹੈ। ਸਟਿਲ ਮਤਲਬ ਅਸੀਂ ਜੋ ਵੀ ਇੱਥੇ ਸਰਟੀਫਿਕੇਸ਼ਨ, ਕੁਆਲਿਟੀ ਅਸ਼ੋਰੈਂਸ ਸਰਟੀਫਿਕੇਸ਼ਨ ਦੇ ਲਈ ਅਸੀਂ ਸਾਰਾ ਸਟਾਫ ਇਕਜੁੱਟ ਹੋ ਕੇ ਕੰਮ ਕਰ ਰਹੇ ਹਾਂ। ਆਈ ਐਮ ਪ੍ਰਾਊਡ ਆਫ ਇਟ ਬੀਇੰਗ ਅ ਮੈਂਬਰ ਆਫ ਦਿਸ ਕੁਆਲਿਟੀ ਅਸ਼ੋਰੈਂਸ ਟੀਮ। I'm really proud of it and I have seen their work, their hard work. ਮੈਂ ਦੇਖਿਆ ਹੈ ਕਿ ਕਿਵੇਂ ਉਹਨਾਂ ਨੇ ਰਜਿਸਟਰਸ ਪੂਰੇ ਕੀਤੇ ਹੈ, ਕਿਵੇਂ ਉਹਨਾਂ ਨੇ ਪੇਸ਼ੈਂਟ ਕੇਅਰ ਕੀਤੀ ਹੈ। ਔਰ ਇਹ ਚੀਜ਼ ਸਿਰਫ ਇਹ ਨਹੀਂ ਹੈ ਕਿ ਇਹ ਸ਼ਬਦਾਂ ਨਾਲ ਐਵੀਡੈਂਟ ਹੈ। ਦੇਖੋ ਅਸੀਂ ਡਿਸਟ੍ਰਿਕਟ ਲੈਵਲ, ਸਟੇਟ ਲੈਵਲ ਤੱਕ ਅਸੀਂ ਸਰਟੀਫਿਕੇਸ਼ਨ ਹਾਸਿਲ ਕੀਤੀ ਹੈ ਕੁਆਲਿਟੀ ਅਸ਼ੋਰੈਂਸ ਦੀ। ਇਸ ਤੋਂ ਇਲਾਵਾ ਸਰ ਜੇ ਅਸੀਂ ਪੇਸ਼ੈਂਟ ਸੈਟੀਸਫੈਕਸ਼ਨ ਸਰਵੇ ਦੀ ਗੱਲ ਕਰੀਏ, ਉਸ ਦੇ ਵਿੱਚ ਵੀ ਤੁਸੀਂ ਹੁਣ ਵੀ ਰਾਤ ਉੱਤੇ ਕਿਸੇ ਵੀ ਪੇਸ਼ੈਂਟ ਨੂੰ ਪੁੱਛ ਸਕਦੇ ਹੋ ਕਿ ਕੀ ਉਹ ਇੱਥੋਂ ਦੀ ਸਹੂਲਤਾਂ ਨਾਲ ਸੈਟੀਸਫਾਈਡ ਹੈ ਜਾਂ ਨਹੀਂ। ਮੈਂ ਸਿਰਫ ਇਹੀ ਕਹੂੰਗੀ ਕਿ ਸਾਡਾ ਸਾਰਾ ਸਟਾਫ ਜਿੰਦ ਜਾਨ ਨਾਲ ਕੰਮ ਕਰ ਰਿਹਾ ਹੈ ਤੇ ਉਸ ਦੇ ਲਈ ਪਲੀਜ਼ ਸਾਡੀ ਰਿਸਪੈਕਟ ਕਰੋ, डिसरिस्पेक्ट ना करो। और बाकी जो सरकार तक असी मंगा पहुँचाइया है अपनी तनख्वाह दियाँ, अपने पत्तियां दियाँ, वो तो हाले तक कोई सुनवाई नहीं हुई है। साडी तुहाडे थ्रू सरकार नूं भी अपील है, किरपा करके साडी सुनवाई की जाए, साडियां मंगां जिहड़ियां है वो पूरियां कीतियां जान और इस तरह की मनभागी घटना दोबारा ना होए। ये साडी